ਹੈਲੋ ਦੋਸਤੋ, ਗੁਰੂ ਸਟੱਡੀ ਪੁਆਇੰਟ 'ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਦੋਸਤੋ, ਤੁਹਾਨੂੰ ਪਹਿਲਾਂ ਹੀ ਪਤਾ ਆਪਾਂ ਪੰਜਾਬ ਦੇ ਵਿੱਚ ਨਿਕਲੀਆਂ ਹੋਈਆਂ ਪੋਸਟਾਂ ਦੇ ਜੀਕੇ ਪੋਰਸ਼ਨ ਦੀ ਤਿਆਰੀ ਦੇ ਲਈ ਵਨ ਲਾਈਨਰ ਕੁਐਸਚਨ ਦੀ ਲੜੀ ਜੋ 1500 ਕੁਐਸਚਨ ਦੀ ਸ਼ੁਰੂ ਕੀਤੀ ਹੈ ਉਹ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਸੋ ਉਸੇ ਲੜੀ ਦੇ ਤਹਿਤ ਅੱਜ ਕਰਾਂਗੇ ਆਪਣਾ ਅਗਲਾ ਸੈੱਟ। ਜੁੜੇ ਰਹੋ ਚੈਨਲ ਦੇ ਨਾਲ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ। ਸੋ ਦੋਸਤੋ, ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ, ਲਾਈਕ ਜ਼ਰੂਰ ਕਰਨਾ। ਤੁਹਾਡੇ ਇੱਕ ਲਾਈਕ ਨਾਲ ਸਾਡਾ ਹੌਸਲਾ ਵੱਧਦਾ ਹੈ। ਸੋ ਦੋਸਤੋ, ਕਰਦੇ ਹਾਂ ਅੱਜ ਦਾ ਪਹਿਲਾ ਪ੍ਰਸ਼ਨ। ਆਪਾਂ ਲਗਭਗ 50 ਪ੍ਰਸ਼ਨ ਕਰਾਂਗੇ ਇਸ ਸੈੱਟ ਦੇ ਵਿੱਚ। ਸੋ ਦੋਸਤੋ, ਪਹਿਲਾ ਪ੍ਰਸ਼ਨ ਦੇਖਦੇ ਹਾਂ। ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਰਕਬਾ ਬਿਜਾਈ ਹੇਠ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ। 46% ਰਕਬਾ ਜਿਹੜਾ ਇਹ ਬਿਜਾਈ ਹੇਠ ਹੈ ਜੀ। ਜੇਕਰ ਪੁੱਛ ਲਿਆ ਜਾਵੇ ਵੀ ਵਿਸ਼ਵ ਦੇ ਕੁੱਲ ਖੇਤਰਫਲ ਦਾ ਕਿੰਨੇ % ਹੈ ਭਾਰਤ ਦਾ ਜਿਹੜਾ ਖੇਤਰਫਲ ਹੈਗਾ, ਉਹ ਹੈ ਜੀ 2.4%। ਪੂਰੇ ਵਿਸ਼ਵ ਦਾ 2.4% ਹੈਗਾ ਭਾਰਤ ਦਾ ਟੋਟਲ ਖੇਤਰਫਲ। ਜੇ ਟੋਟਲ ਖੇਤਰਫਲ ਪੁੱਛ ਲਿਆ ਜਾਵੇ ਕਿੰਨਾ ਹੈ ਭਾਰਤ ਦਾ, ਤਾਂ 32 ਲੱਖ ਜੀ 87,263 ਵਰਗ ਕਿਲੋਮੀਟਰ। ਕਈ ਵਾਰ ਇਕਾਈ ਦੇ ਜਿਹੜੇ ਅੰਕ ਨੇ ਉਹਨਾਂ ਦੇ ਵਿੱਚ ਫਰਕ ਹੁੰਦਾ, ਕਿਉਂਕਿ NCERT ਦੀਆਂ ਕਿਤਾਬਾਂ ਅਤੇ ਪੰਜਾਬ ਬੋਰਡ ਦੀਆਂ ਕਿਤਾਬਾਂ 'ਚ ਕਈ ਵਾਰ ਮਾੜਾ ਮੋਟਾ ਫਰਕ ਲਿਖਿਆ ਹੁੰਦਾ। ਇਹ ਆਪਸ਼ਨ ਦੇ ਹਿਸਾਬ ਨਾਲ ਦੇਖਣਾ ਆਪਾਂ। ਅਤੇ ਇਹ ਜੇਕਰ ਵਿਸ਼ਵ ਦੇ ਦੇਸ਼ਾਂ ਦੇ ਵਿੱਚ ਸਥਾਨ ਦੇ ਤੌਰ 'ਤੇ ਪੁੱਛਿਆ ਜਾਵੇ ਵੱਡੇ ਛੋਟੇ ਦੇ ਆਧਾਰ 'ਤੇ, ਤਾਂ ਇਹ 7ਵਾਂ ਸਥਾਨ ਰੱਖਦਾ ਜੀ। ਭਾਰਤ ਹੈ ਜਿਹੜਾ ਵਿਸ਼ਵ ਦੇ ਵਿੱਚ, ਦੁਨੀਆ ਦੇ ਵਿੱਚ 7ਵਾਂ ਸਥਾਨ ਰੱਖਦਾ ਆਪਣਾ ਖੇਤਰਫਲ ਪੱਖੋਂ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਪ੍ਰਸ਼ਨ ਨੰਬਰ 2, ਭਾਰਤ ਦਾ ਕਿੰਨੇ ਪ੍ਰਤੀਸ਼ਤ ਭਾਗ ਮੈਦਾਨੀ ਹੈ? ਸੋ ਦੋਸਤੋ, ਜਿਹੜਾ ਭਾਰਤ ਦਾ 43% ਹਿੱਸਾ ਹੈਗਾ ਉਹ ਮੈਦਾਨੀ ਹੈ ਜੀ। ਅਤੇ ਇਹਦੇ 30% ਭਾਗ ਦੇ ਉੱਤੇ ਪਹਾੜ ਨੇ। ਭਾਰਤ ਦਾ ਜਿਹੜਾ 30% ਹਿੱਸਾ ਹੈ ਉਹ ਪਹਾੜੀ ਹੈ, 43% ਹਿੱਸਾ ਮੈਦਾਨੀ ਹੋ ਗਿਆ, 27% ਹਿੱਸਾ ਜਿਹੜਾ ਜੀ ਉਹ ਪਠਾਰ ਨੇ ਉੱਥੇ ਭਾਰਤ ਦੇ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਪ੍ਰਸ਼ਨ ਨੰਬਰ 3, ਗੰਗਾ ਬ੍ਰਹਮਪੁੱਤਰ ਦੇ ਡੈਲਟੇ ਵਿੱਚ ਕਿਹੜਾ ਰੁੱਖ ਜ਼ਿਆਦਾ ਪਾਇਆ ਜਾਂਦਾ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਸੁੰਦਰੀ ਬਣ ਜਿਹੜੇ ਨੇ ਜੀ ਉਹ ਗੰਗਾ ਬ੍ਰਹਮਪੁੱਤਰ ਦੇ ਡੈਲਟੇ ਵਿੱਚ ਪਾਏ ਜਾਂਦੇ ਨੇ। ਸੋ ਜਿਹੜਾ ਬ੍ਰਹਮਪੁੱਤਰ ਹੈ ਦਾ ਜਿਹੜਾ ਡੈਲਟਾ ਹੈ ਇਹ ਵਿਸ਼ਵ ਦਾ ਵੱਡਾ ਡੈਲਟਾ ਜੀ, ਸੁੰਦਰਬਨ ਡੈਲਟਾ। ਅਗਲਾ ਪ੍ਰਸ਼ਨ ਦੇਖਦੇ ਹਾਂ। ਪ੍ਰਸ਼ਨ ਨੰਬਰ 4, ਕਾਲੀ ਮਿੱਟੀ ਵਿੱਚ ਕਿਹੜੀ ਫਸਲ ਬਹੁਤ ਢੁਕਵੀਂ ਹੈ? ਸੋ ਕਾਲੀ ਮਿੱਟੀ ਦੇ ਵਿੱਚ ਕਪਾਹ ਦੀ ਫਸਲ ਬਹੁਤ ਵਧੀਆ ਹੁੰਦੀ ਹੈ ਜੀ। ਜਿਹੜੀ ਕਾਲੀ ਮਿੱਟੀ ਹੈ ਭਾਰਤ ਦੇ ਵਿੱਚ 16.6% ਪਾਈ ਜਾਂਦੀ ਹੈ, ਜੋ ਕਿ ਭਾਰਤ ਦੇ ਮੱਧ ਪ੍ਰਦੇਸ਼ ਇਲਾਕੇ 'ਚ, ਗੁਜਰਾਤ, ਤਾਮਿਲਨਾਡੂ, ਇਹਨਾਂ ਰਾਜਾਂ ਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ। ਵੈਰੀ ਇੰਪੋਰਟੈਂਟ ਗੱਲ ਹੈ ਕਿ ਕਾਲੀ ਮਿੱਟੀ ਦੇ ਨਾਲ ਸੰਬੰਧਿਤ ਇਹਨੂੰ ਰੈਗੂਨ ਮਿੱਟੀ ਵੀ ਕਿਹਾ ਜਾਂਦਾ ਜੀ। ਬਹੁਤ ਵਾਰੀ ਪ੍ਰਸ਼ਨ ਆਇਆ ਹੋਇਆ ਇਹ। ਕਾਲੀ ਮਿੱਟੀ ਨੂੰ ਰੈਗੂਨ ਮਿੱਟੀ ਵੀ ਕਿਹਾ ਜਾਂਦਾ, ਜੋ ਕਪਾਹ ਲਈ ਢੁਕਵੀਂ ਹੈ। ਪ੍ਰਸ਼ਨ ਨੰਬਰ 5 ਦੇਖਦੇ ਹਾਂ ਦੋਸਤੋ। ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਭਾਗ ਜੰਗਲਾਂ ਹੇਠ ਹੈ? ਇਹ ਲਗਭਗ 22.3% ਹੈ ਜੀ ਜੰਗਲਾਂ ਹੇਠ। ਅਗਲਾ ਪ੍ਰਸ਼ਨ ਦੇਖਦੇ ਹਾਂ। ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਜੀ? ਇਹ ਹੈ ਦੱਖਣੀ ਅਫਰੀਕਾ ਜੀ। ਦੱਖਣੀ ਅਫਰੀਕਾ ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਹੈ। ਸੋ ਅਫਰੀਕਾ ਮਹਾਂਦੀਪ ਦੇ ਵਿੱਚ ਸੋਨਾ ਵੱਧ ਨਿਕਲਦਾ ਹੈ। ਜੋਨਸਨਬਰਗ ਦੇ ਵਿੱਚ, ਜੋਨਸਨਬਰਗ ਯਾਦ ਰੱਖਣਾ ਹੈ, ਅਫਰੀਕਾ ਮਹਾਂਦੀਪ 'ਚ ਜੋਨਸਨਬਰਗ, ਇੱਥੇ ਜ਼ਿਆਦਾ ਸੋਨਾ ਮਿਲਦਾ ਹੈ। ਜੇ ਹੀਰਾ ਪੁੱਛਿਆ ਜਾਵੇ, ਹੀਰਾ ਮਿਲਦਾ ਜੀ ਕਿੰਬਰਲੇ 'ਚ। ਕਿੰਬਰਲੇ ਦੇ ਵਿੱਚ ਸਭ ਤੋਂ ਵੱਧ ਹੀਰਾ ਮਿਲਦਾ ਹੈ। ਜੇ ਸੋਨਾ ਭਾਰਤ 'ਚ ਪੁੱਛਿਆ ਜਾਵੇ ਤਾਂ ਕਰਨਾਟਕਾ ਦੇ ਵਿੱਚ ਵੱਧ ਮਿਲਦਾ ਜੀ। ਸੋ ਜਿਹੜਾ ਅਫਰੀਕਾ ਮਹਾਂਦੀਪ ਦਾ ਸਭ ਤੋਂ ਵੱਡਾ ਸ਼ਹਿਰ ਹੈ ਜੀ ਉਹ ਹੈ ਜੀ ਲਗੋਸ। ਅਗਲਾ ਪ੍ਰਸ਼ਨ ਦੇਖਦੇ ਹਾਂ। 7 ਨੰਬਰ ਪ੍ਰਸ਼ਨ, ਭਾਰਤ ਵਿੱਚ ਸਭ ਤੋਂ ਵੱਧ ਸੋਨਾ ਕਿਹੜੇ ਰਾਜ ਵਿੱਚ ਮਿਲਦਾ? ਆਪਾਂ ਹੁਣੇ ਕਰਕੇ ਹਟੇ ਆਂਗੇ, ਕਰਨਾਟਕ ਦੇ ਵਿੱਚ ਮਿਲਦਾ ਜੀ ਸਭ ਤੋਂ ਵੱਧ। ਪ੍ਰਸ਼ਨ ਨੰਬਰ 8, ਸੰਸਾਰ ਵਿੱਚ ਸਭ ਤੋਂ ਵੱਧ ਕੋਲਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਜੀ? ਸੰਸਾਰ ਵਿੱਚ ਸਭ ਤੋਂ ਵੱਧ ਕੋਲਾ ਜੋ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਪੈਦਾ ਹੁੰਦਾ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਦੁਨੀਆ ਦਾ ਸਿਰਫ 5%
ਕੋਲਾ ਮਿਲਦਾ ਜੀ? 5%। ਪੂਰੇ ਵਿਸ਼ਵ ਦਾ 5% ਜਿਹੜਾ ਕੋਲਾ ਹੈ ਉਹ ਭਾਰਤ ਵਿੱਚ ਮਿਲਦਾ ਹੈ। ਸੋ ਅਗਲਾ ਪ੍ਰਸ਼ਨ ਦੇਖਦੇ ਹਾਂ। ਕੌਫੀ ਦੀ ਉਤਪਤੀ ਦਾ ਜਨਮ ਕਿਹੜੇ ਮਹਾਂਦੀਪ ਤੋਂ ਮੰਨਿਆ ਜਾਂਦਾ ਹੈ? ਅਫਰੀਕਾ ਤੋਂ ਕੌਫੀ ਦੀ ਜਿਹੜੀ ਉਤਪਤੀ ਹੋਈ ਹੈ। ਅਫਰੀਕਾ ਨੂੰ ਹੀ ਕੌਫੀ ਦੇ ਪੌਦੇ ਦਾ ਜਨਮਦਾਤਾ ਕਿਹਾ ਜਾਂਦਾ ਹੈ ਜੀ। ਸੋ ਦੋਸਤੋ ਇਹ ਦੇਸ਼ ਇਥੋਪੀਆ ਤੋਂ ਸ਼ੁਰੂਆਤ ਹੋਈ ਸੀਗੀ ਇਹਦੀ ਕੌਫੀ ਦੀ। ਕੌਫੀ ਦੇ ਵਿੱਚ ਕੌਫੀਨ ਨਾਂ ਦਾ ਇੱਕ ਨਸ਼ੀਲਾ ਪਦਾਰਥ ਹੁੰਦਾ ਜੀ। ਕੌਫੀਨ ਇਹ ਇੱਕ ਨਸ਼ੀਲਾ ਪਦਾਰਥ ਹੁੰਦਾ ਹੈ। ਕੌਫੀ ਦੀਆਂ 3 ਕਿਸਮਾਂ ਨੇ, ਉਹ ਜ਼ਿਆਦਾ ਮਸ਼ਹੂਰ ਨੇ ਜੀ। ਅਰੈਬਿਕਾ, ਯਾਦ ਰੱਖਣਾ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਇਹ। ਅਰੈਬਿਕਾ ਨਾਂ ਦੀ ਕਿਸਮ ਹੈ ਜੀ ਇੱਕ ਹੈ ਜੀ ਰੋਬਰਟਾ, ਇੱਕ ਹੈ ਜੀ ਅੱਗੇ ਲਾਈਬਰਟਾ। ਇਹ ਯਾਦ ਰੱਖਣਾ, 3 ਕਿਸਮਾਂ ਨੇ ਇਹਦੀਆਂ। ਅਗਲਾ ਪ੍ਰਸ਼ਨ ਕਰਦੇ ਹਾਂ, ਪ੍ਰਸ਼ਨ ਨੰਬਰ 10। ਭਾਰਤ ਦੀ ਸਿਲੀਕਨ ਘਾਟੀ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ? ਬੰਗਲੌਰ ਨੂੰ ਕਿਹਾ ਜਾਂਦਾ ਜੀ ਭਾਰਤ ਦੀ ਸਿਲੀਕਨ ਘਾਟੀ। ਸਭ ਤੋਂ ਪਹਿਲਾਂ ਸਰਵਉੱਚ ਅਦਾਲਤ ਕਿੱਥੇ ਅਤੇ ਕਦੋਂ ਲਗਾਈ ਗਈ ਸੀ ਜੀ? ਬਣਾਈ ਗਈ ਸੀ। ਸਭ ਤੋਂ ਪਹਿਲਾਂ ਸਰਵਉੱਚ ਅਦਾਲਤ ਕਿੱਥੇ ਅਤੇ ਕਦੋਂ ਬਣਾਈ ਗਈ? ਸੋ ਇਹ ਸੀ ਜੀ ਕਲਕੱਤਾ ਦੇ ਵਿੱਚ 1974 ਦੇ ਵਿੱਚ ਸਭ ਤੋਂ ਪਹਿਲਾਂ ਸਰਵਉੱਚ ਅਦਾਲਤ ਸੀ ਜਿਹੜੀ ਜੀ। ਜਿਹੜੇ ਇਹਦੇ ਪਹਿਲੇ ਜੱਜ ਸੀਗੇ ਉਹ ਸਨ ਜਸਟਿਸ ਕਨ੍ਹਈਆ ਜੀ। ਇਹ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਜਸਟਿਸ ਕਨ੍ਹਈਆ ਪਹਿਲੇ ਜੱਜ ਸੀ। ਜੇਕਰ ਪੁੱਛ ਲਿਆ ਜਾਵੇ ਵੀ ਪਹਿਲੀ ਔਰਤ ਜੱਜ ਤਾਂ ਬੀਬੀ ਫਾਤਿਮਾ ਸੀ ਜੀ। ਅਗਲਾ ਪ੍ਰਸ਼ਨ ਕਰਦੇ ਹਾਂ, ਪ੍ਰਸ਼ਨ ਨੰਬਰ 12। ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਕਦੋਂ ਅਤੇ ਕਿੱਥੇ ਲਗਾਇਆ ਗਿਆ? ਇਹ 1840 ਈਸਵੀ ਦੇ ਵਿੱਚ ਦੱਖਣ ਭਾਰਤ ਵਿੱਚ ਲਗਾਇਆ ਗਿਆ ਸੀ ਜੀ ਕੌਫੀ ਦਾ ਪਹਿਲਾ ਬਾਗ ਭਾਰਤ ਦੇ ਵਿੱਚ। ਪ੍ਰਸ਼ਨ ਨੰਬਰ 13 ਦੋਸਤੋ। 1857 ਈਸਵੀ ਦੇ ਵਿਦਰੋਹ ਨੂੰ ਕੀ ਨਾਮ ਦਿੱਤਾ ਜਾਂਦਾ ਹੈ? ਸੈਨਿਕ ਵਿਦਰੋਹ ਦਾ ਨਾਮ ਦਿੱਤਾ ਜਾਂਦਾ ਜੀ। ਮੰਗਲ ਪਾਂਡੇ ਪਹਿਲਾ ਸ਼ਹੀਦ ਸੀਗਾ, ਯਾਦ ਰੱਖਣਾ, ਮੰਗਲ ਪਾਂਡੇ ਪਹਿਲਾ ਸ਼ਹੀਦ ਸੀ। 8 ਅਪ੍ਰੈਲ 1857 ਨੂੰ ਫਾਂਸੀ ਦੇ ਦਿੱਤੀ ਗਈ ਸੀ ਮੰਗਲ ਪਾਂਡੇ ਨੂੰ। ਅਗਲਾ ਪ੍ਰਸ਼ਨ ਦੇਖਦੇ ਹਾਂ ਆਪਾਂ, ਪ੍ਰਸ਼ਨ ਨੰਬਰ 14। ਅਵਧ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ? 1856 ਦੇ ਵਿੱਚ ਅਵਧ ਨੂੰ ਅੰਗਰੇਜ਼ੀ ਸਾਮਰਾਜ ਦੇ ਅਧੀਨ ਕਰ ਲਿਆ ਸੀਗਾ ਜੀ ਲਾਰਡ ਡਲਹੌਜੀ ਨੇ। ਅਵਧ 'ਤੇ ਦੋਸ਼ ਲਾਤਾ ਸੀਗਾ ਵੀ ਭੈੜਾ ਕੁਸ਼ਾਸਨ ਹੋ ਰਿਹਾ, ਲੋਕ ਔਖੇ ਨੇ ਉੱਥੇ। ਇਹ ਦੋਸ਼ ਲਾ ਕੇ 1856 'ਚ ਉਹਨੂੰ ਅੰਗਰੇਜ਼ੀ ਸਾਮਰਾਜ ਦੇ ਅਧੀਨ ਕਰ ਲਿਆ ਸੀ ਜੀ। ਪ੍ਰਸ਼ਨ ਨੰਬਰ 15 ਦੇਖਦੇ ਹਾਂ ਦੋਸਤੋ। 1915 ਵਿੱਚ ਈਸਟ ਇੰਡੀਆ ਕੰਪਨੀ ਨੇ ਮਦਰਾਸ ਵਿੱਚ ਕਿਹੜਾ ਸਕੂਲ ਖੋਲ੍ਹਿਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਸੈਂਟ ਮੈਰੀ ਚੈਰਿਟੀ ਸਕੂਲ ਖੋਲ੍ਹਿਆ ਸੀ ਜੀ। ਪ੍ਰਸ਼ਨ ਨੰਬਰ 16। ਅੰਗਰੇਜ਼ਾਂ ਕੋਲੋਂ ਹਿੰਦੂ ਪੁਨਰ ਵਿਆਹ ਕਾਨੂੰਨ ਕਿਸ ਦੇ ਯਤਨਾਂ ਸਦਕਾ ਪਾਸ ਕਰਵਾਇਆ ਗਿਆ? ਇਹ ਈਸ਼ਵਰ ਚੰਦਰ ਵਿਦਿਆਸਾਗਰ ਨੇ ਆਪਣੇ ਯਤਨਾਂ ਦੇ ਸਦਕਾ ਅੰਗਰੇਜ਼ਾਂ ਕੋਲੋਂ ਇਹ ਪਾਸ ਕਰਵਾਇਆ ਸੀ ਜੀ। ਹਿੰਦੂ ਪੁਨਰ ਵਿਆਹ ਕਾਨੂੰਨ ਸੀ ਜਿਹੜਾ। ਪ੍ਰਸ਼ਨ ਨੰਬਰ 17 ਦੇਖਦੇ ਹਾਂ ਦੋਸਤੋ। ਸਿੰਧੂ ਘਾਟੀ ਸੱਭਿਅਤਾ ਦੀ ਖੋਜ ਕਿਸ ਨੇ ਕੀਤੀ? ਵੈਰੀ ਇੰਪੋਰਟੈਂਟ ਪ੍ਰਸ਼ਨ ਦਿਆ ਰਾਮ ਸਾਹਨੀ ਨੇ ਕੀਤੀ ਸੀ ਜੀ 1921 ਦੇ ਵਿੱਚ। ਪਹਿਲਾ ਸ਼ਹਿਰ ਖੋਜਿਆ ਸੀ ਜਿਹੜਾ ਸੀਗਾ ਜੀ, ਪਹਿਲਾ ਸ਼ਹਿਰ ਹੜੱਪਾ ਖੋਜਿਆ ਸੀ ਜੋ ਕਿ ਰਾਵੀ ਨਦੀ ਦੇ ਕੰਢੇ 'ਤੇ ਹੈ, ਹੜੱਪਾ। ਅਗਲਾ ਪ੍ਰਸ਼ਨ ਦੇਖਦੇ ਹਾਂ, ਮੋਹਨਜੋਦੜੋ ਦਾ ਕੀ ਅਰਥ ਹੈ? ਮੋਹਨਜੋਦੜੋ ਦਾ ਅਰਥ ਹੈ ਜਿਹੜਾ ਜੀ ਇਹ ਮੁਰਦਿਆਂ ਦਾ ਟਿੱਲਾ ਹੈ। 1922 ਦੇ ਵਿੱਚ ਮੋਹਨਜੋਦੜੋ ਦੀ ਰਾਖਲ ਦਾਸ ਬੈਨਰਜੀ ਨੇ ਖੋਜ ਕੀਤੀ ਸੀ, ਲੱਭਿਆ ਸੀ ਇਹ ਰਾਖਲ ਦਾਸ ਬੈਨਰਜੀ। 1922 ਦੇ ਵਿੱਚ ਮੁਰਦਿਆਂ ਦਾ ਟਿੱਲਾ ਦੀ ਖੋਜ ਕੀਤੀ ਸੀ। ਵੈਰੀ ਇੰਪੋਰਟੈਂਟ ਗੱਲ ਆ ਵੀ ਇੱਥੋਂ ਇੱਕ ਵੱਡਾ ਇਸ਼ਨਾਨ ਘਰ ਮਿਲਿਆ ਸੀਗਾ ਮੋਹਨਜੋਦੜੋ ਤੋਂ, ਵੱਡਾ ਇਸ਼ਨਾਨ ਘਰ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਪ੍ਰਸ਼ਨ ਨੰਬਰ 19। ਵਿਧਵਾ ਪੁਨਰ ਵਿਆਹ ਐਕਟ ਕਦੋਂ ਪਾਸ ਕੀਤਾ ਗਿਆ? ਇਹ 1856 ਈਸਵੀ ਦੇ ਵਿੱਚ ਪਾਸ ਕੀਤਾ ਸੀ ਜੀ। ਪ੍ਰਸ਼ਨ ਨੰਬਰ 20। ਮੂਕ ਨਾਇਕ ਅਖਬਾਰ ਕਿਸ ਨੇ ਕੱਢਿਆ? ਡਾਕਟਰ ਭੀਮ ਰਾਓ ਅੰਬੇਦਕਰ ਨੇ ਕੱਢਿਆ ਸੀ, ਜੋ ਕਿ ਸੰਵਿਧਾਨ ਦੀ ਖਰੜਾ ਕਮੇਟੀ ਦੇ ਚੇਅਰਮੈਨ ਸਨ ਡਾਕਟਰ ਭੀਮ ਰਾਓ ਅੰਬੇਦਕਰ। ਪ੍ਰਸ਼ਨ ਨੰਬਰ 21। ਬਾਲ ਵਿਆਹ ਪ੍ਰਥਾ ਦੇ ਵਿਰੁੱਧ ਕਾਨੂੰਨ ਪਾਸ ਕੀਤਾ ਗਿਆ, ਇਹ 1891 'ਚ ਪਾਸ ਕੀਤਾ ਗਿਆ ਸੀ ਜੀ। ਵਿਕਟੋਰੀਆ ਬਾਗ ਕਿੱਥੇ ਸਥਿਤ ਹੈ? ਸੋ ਮੁੰਬਈ ਦੇ ਵਿੱਚ ਹੈ ਜੀ।
ਇਹਦੇ ਨਾਲ ਹੀ ਮੇਲ ਖਾਂਦਾ ਪ੍ਰਸ਼ਨ ਹੈ ਗੇਟਵੇ ਆਫ ਇੰਡੀਆ। ਗੇਟਵੇ ਆਫ ਇੰਡੀਆ ਇਹ ਵੀ ਹੈ ਜਿਹੜਾ ਜੀ ਇਹ ਮੁੰਬਈ ਦੇ ਵਿੱਚ ਹੈ। ਜੇਕਰ ਇੰਡੀਆ ਗੇਟ ਪੁੱਛ ਲਿਆ ਜਾਵੇ ਉਹ ਦਿੱਲੀ ਦੇ ਵਿੱਚ ਹੈ ਜੀ, ਜੋ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸੈਨਿਕ ਸੀ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ ਆਪਾਂ। ਪ੍ਰਸ਼ਨ ਨੰਬਰ 23, ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ? ਇਹ ਲਾਰਡ ਡਲਹੌਜੀ ਨੇ ਕੀਤੀ ਸੀ ਜੀ। ਬੰਗਾਲੀ ਭਾਸ਼ਾ ਦੇ ਕਿਸ ਨਾਵਲ ਨੂੰ ਬੰਗਾਲੀ ਦੇਸ਼ ਪ੍ਰੇਮ ਦੀ ਬਾਈਬਲ ਕਿਹਾ ਜਾਂਦਾ ਹੈ? ਇਹ ਆਨੰਦ ਮਠ ਨੂੰ ਕਿਹਾ ਜਾਂਦਾ ਜੀ। ਬੰਕਮ ਚੰਦਰ ਚੈਟਰਜੀ ਦਾ ਜਿਹੜਾ ਗੀਤ ਸੀਗਾ ਬੰਦੇ ਮਾਤਰਮ, ਉਹ ਆਨੰਦ ਮਠ ਦੇ ਵਿੱਚੋਂ ਲਿਆ ਗਿਆ ਸੀ। ਪ੍ਰਸ਼ਨ ਨੰਬਰ 25, ਬੰਗਾਲੀ ਭਾਸ਼ਾ ਵਿੱਚ ਸੰਵਾਦ ਕੌਮ ਦੀ ਅਖਬਾਰ ਕਿਸ ਨੇ ਕੱਢਿਆ? ਰਾਜਾ ਰਾਮ ਮੋਹਨ ਰਾਏ ਨੇ ਕੱਢਿਆ ਜੀ, ਜਿਹਨੂੰ ਆਧੁਨਿਕ ਭਾਰਤ ਦਾ ਪਿਤਾਮਾ ਕਿਹਾ ਜਾਂਦਾ ਹੈ। ਰਾਜਾ ਰਾਮ ਮੋਹਨ ਰਾਏ ਨੂੰ ਆਧੁਨਿਕ ਭਾਰਤ ਦਾ ਪਿਤਾਮਾ ਕਿਹਾ ਜਾਂਦਾ ਹੈ। ਯਾਦ ਰੱਖਣਾ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਆਧੁਨਿਕ ਭਾਰਤ ਦਾ ਪਿਤਾਮਾ ਰਾਜਾ ਰਾਮ ਮੋਹਨ ਰਾਏ ਜੀ। 26ਵਾਂ ਪ੍ਰਸ਼ਨ, ਮਰਾਠੀ ਭਾਸ਼ਾ ਵਿੱਚ ਕੇਸਰੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਮਰਾਠਾ ਅਖਬਾਰ ਕਿਸ ਨੇ ਕੱਢਿਆ? ਇਹ ਬਾਲ ਗੰਗਾਧਰ ਤਿਲਕ ਨੇ ਕੱਢਿਆ ਸੀ ਜੀ। ਬੜੌਦਾ ਯੂਨੀਵਰਸਿਟੀ ਆਰਟ ਸਕੂਲ ਦੇ ਪ੍ਰਸਿੱਧ ਚਿੱਤਰਕਾਰ ਦਾ ਨਾਂ ਦੱਸੋ? ਇਹ ਸੀਗਾ ਗੁਲਾਮ ਸ਼ੇਖ। ਬੜੌਦਾ ਯੂਨੀਵਰਸਿਟੀ ਸੀ ਜਿਹੜੀ 1948 ਦੇ ਵਿੱਚ ਮਹਾਰਾਜਾ ਸ਼ਿਵਾਜੀ ਰਾਏ ਵੱਲੋਂ ਵਿਸ਼ਵ ਵਿਦਿਆਲਿਆ ਉੱਥੇ ਬਣਾਇਆ ਗਿਆ ਸੀ, ਜੋ ਕਿ ਅੱਜ ਕੱਲ੍ਹ ਇਹ ਵੱਡੀ ਵਿਸ਼ਵ ਯੂਨੀਵਰਸਿਟੀ ਦੇ ਨਾਮ ਨਾਲ ਪ੍ਰਸਿੱਧ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ 28 ਨੰਬਰ, ਕਿਹੜੇ ਸੁਧਾਰ ਐਕਟ ਰਾਹੀਂ ਮੁਸਲਮਾਨਾਂ ਲਈ ਵੱਖਰੀ ਚੋਣ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ? ਇਹ 1909 ਦਾ ਮਿੰਟੋ ਮਾਰਲੇ ਸੁਧਾਰ ਐਕਟ ਸੀਗਾ ਜੀ। ਇਹਦੇ ਅਨੁਸਾਰ, ਇਸੇ ਐਕਟ ਦੇ ਅਨੁਸਾਰ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਜਿਹੜੀ ਆ ਉਹ ਸ਼ੁਰੂ ਕੀਤੀ ਸੀਗੀ ਅੰਗਰੇਜ਼ਾਂ ਨੇ। ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਸ਼ੁਰੂ ਕੀਤੀ ਸੀ। ਵੱਖਰੇ ਅਧਿਕਾਰ ਦੇ ਦਿੱਤੇ ਗਏ ਸੀਗੇ ਮੁਸਲਮਾਨਾਂ ਨੂੰ ਇਹ ਵੋਟ ਪਾਉਣ ਦੇ। 19ਵਾਂ ਪ੍ਰਸ਼ਨ, ਮੁਸਲਿਮ ਲੀਗ ਦੀ ਸਥਾਪਨਾ ਕਿਸ ਨੇ ਕੀਤੀ? ਮੁਸਲਿਮ ਲੀਗ ਦੀ ਸਥਾਪਨਾ ਜਿਹੜੀ ਜੀ ਉਹ ਆਗਾ ਖਾਂ ਨੇ ਕੀਤੀ ਸੀਗੀ। ਆਗਾ ਖਾਂ ਨੇ 1906 ਦੇ ਵਿੱਚ ਕੀਤੀ। ਆਗਾ ਖਾਂ, ਇਹ ਬੰਗਲਾਦੇਸ਼ ਦੀ ਢਾਕਾ ਦੇ ਵਿੱਚ ਹੋਈ ਸੀ ਮੁਸਲਿਮ ਲੀਗ ਦੀ ਸਥਾਪਨਾ 1906 ਦੇ ਵਿੱਚ। ਗਦਰ ਪਾਰਟੀ ਦੀ ਸਥਾਪਨਾ ਕਿੱਥੇ ਹੋਈ? ਗਦਰ ਪਾਰਟੀ ਦੀ ਸਥਾਪਨਾ ਲਾਲਾ ਲਾਜਪਤ ਰਾਏ ਦੁਆਰਾ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਦੇ ਵਿੱਚ ਹੋਈ ਜੀ। ਇਹਦੇ ਪਹਿਲੇ ਪ੍ਰਧਾਨ ਸੀ ਜਿਹੜੇ ਉਹ ਬਾਬਾ ਭਾਕਣਾ ਜੀ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ। ਪ੍ਰਸ਼ਨ ਨੰਬਰ 31ਵਾਂ ਦੋਸਤੋ, ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਜਿਹੜਾ ਅਨੁਛੇਦ 14 ਤੋਂ 18 ਤੱਕ ਹੈ, ਸਮਾਨਤਾ ਦਾ ਅਧਿਕਾਰ ਹੈ ਜੀ ਉਹਦੇ ਵਿੱਚ। ਪ੍ਰਸ਼ਨ ਨੰਬਰ 32, ਲੋਕ ਸਭਾ ਵਿੱਚ ਲੋਕਾਂ ਦੁਆਰਾ ਸਿੱਧੇ ਚੁਣੇ ਜਾਣ ਵਾਲੇ ਮੈਂਬਰਾਂ ਦੀ ਸੰਖਿਆ ਕਿੰਨੀ ਰੱਖੀ ਗਈ ਹੈ? ਇਹ ਹੈ ਜੀ 543। ਲੋਕਾਂ ਦੁਆਰਾ ਸਿੱਧੇ ਚੁਣੇ ਜਾਂਦੇ ਆ। ਇੱਥੇ ਧਿਆਨ ਰੱਖਣਾ ਜੀ, 2 ਮੈਂਬਰ ਪਹਿਲਾਂ ਨਾਮਜ਼ਦ ਕੀਤੇ ਜਾਂਦੇ ਸੀਗੇ ਜੀ ਰਾਸ਼ਟਰਪਤੀ ਵੱਲੋਂ। ਹੁਣ ਅੱਜ ਕੱਲ੍ਹ ਇਹ ਨਾਮਜ਼ਦ ਨਹੀਂ ਕੀਤੇ ਜਾਂਦੇ, ਇਹ ਹਟਾ ਦਿੱਤੇ ਗਏ ਨਵੀਂ ਸੋਧ ਕਰਕੇ। 543 ਮੈਂਬਰ ਹੀ ਰੱਖੇ ਜਾਂਦੇ ਆ ਹੁਣ। ਰਾਜ ਸਭਾ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਨਿਸ਼ਚਿਤ ਕੀਤੀ ਗਈ ਹੈ ਜੀ? ਇਹ 250 ਨਿਸ਼ਚਿਤ ਕੀਤੀ ਗਈ ਹੈ ਰਾਜ ਸਭਾ ਦੇ ਮੈਂਬਰਾਂ ਦੀ ਸੰਖਿਆ। ਪ੍ਰਸ਼ਨ ਨੰਬਰ 34, ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਅਪੀਲ ਕਿੱਥੇ ਕੀਤੀ ਜਾ ਸਕਦੀ ਹੈ? ਸੁਪਰੀਮ ਕੋਰਟ ਦੇ ਵਿੱਚ ਜੀ। ਜੇਕਰ ਕੋਈ ਹਾਈ ਕੋਰਟ ਦਾ ਫੈਸਲਾ ਹੈ, ਜੇ ਸਾਨੂੰ ਉਹ ਨਹੀਂ ਪਸੰਦ ਹੈਗਾ, ਨਹੀਂ ਢੁਕਦਾ ਉਹ ਫੈਸਲਾ, ਤਾਂ ਉਹ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਅਸੀਂ ਅਪੀਲ ਕਰ ਸਕਦੇ ਹਾਂ। ਪ੍ਰਸ਼ਨ ਨੰਬਰ 35, ਪ੍ਰਾਚੀਨ ਪੰਜਾਬ ਦਾ ਆਕਾਰ ਕਿਸ ਤਰ੍ਹਾਂ ਦਾ ਸੀ? ਇਹ ਸੀ ਜੀ ਤਿਕੋਣ ਕਿਸਮ ਦਾ ਪ੍ਰਾਚੀਨ ਪੰਜਾਬ ਦਾ ਆਕਾਰ। ਜਨਮ ਸਾਖੀਆਂ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਗੋਸ਼ਟਾਂ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਜਨਮ ਸਾਖੀਆਂ ਨੂੰ। ਪ੍ਰਸ਼ਨ ਨੰਬਰ 37ਵਾਂ, ਪੰਜਾਬ ਦੇ ਇਤਿਹਾਸ ਦੀ ਰਚਨਾ ਕਿਸ 'ਤੇ ਨਿਰਭਰ ਕਰਦੀ ਹੈ? ਸੋ ਗੁਰੂਆਂ ਦਾ ਰਚਿਤ ਸਾਹਿਤ ਹੈ ਜਿਹੜਾ ਜੀ ਪੰਜਾਬ ਦੇ ਇਤਿਹਾਸ ਦੀ ਰਚਨਾ ਉਹ 'ਤੇ ਜ਼ਿਆਦਾ ਨਿਰਭਰ ਕਰਦੀ ਹੈ। ਗੁਰੂਆਂ ਦੁਆਰਾ ਰਚਿਆ ਹੋਇਆ ਜਿਹੜਾ ਸਾਹਿਤ ਹੈ, ਪੰਜਾਬ ਦੇ ਸਾਹਿਤ ਦੀ ਝਲਕ ਹੈ, ਜਿਹੜੀ ਇਤਿਹਾਸ ਦੀ ਝਲਕ ਹੈ ਉਹ 'ਚੋਂ ਵੱਧ ਮਿਲਦੀ ਹੈ ਜੀ ਇਹ। ਸਭ ਤੋਂ ਪਹਿਲਾਂ ਸਾਈਮਨ ਕਮਿਸ਼ਨ ਕਿੱਥੇ ਪਹੁੰਚਿਆ ਜੀ? ਸਾਈਮਨ ਕਮਿਸ਼ਨ ਸਭ ਤੋਂ ਪਹਿਲਾਂ ਮੁੰਬਈ ਦੇ ਵਿੱਚ ਪਹੁੰਚਿਆ ਸੀ ਜੀ। ਲੋਕਾਂ ਨੇ ਇਹਦਾ ਬਹੁਤ ਸਾਰਾ ਵਿਰੋਧ ਕੀਤਾ ਸੀ, ਕਿਉਂਕਿ ਇਹਦੇ ਜਿਹੜੇ 7 ਮੈਂਬਰ ਸੀ ਉਹ ਸਾਰੇ ਅੰਗਰੇਜ਼ ਸੀ ਜੀ। 7 ਮੈਂਬਰ ਸੀ ਜਿਹੜੇ ਇਹਦੇ,
ਉਹ ਸਾਰੇ ਦੇ ਸਾਰੇ ਅੰਗਰੇਜ਼ ਸੀਗੇ। ਤੇ ਪੰਜਾਬ ਦੇ ਵਿੱਚ ਜਦੋਂ ਇਹਦਾ ਵਿਰੋਧ ਕੀਤਾ ਤਾਂ ਲਾਲਾ ਲਾਜਪਤ ਰਾਏ ਹੋਰਾਂ ਵੱਲੋਂ ਜਦੋਂ ਵਿਰੋਧ ਕੀਤਾ ਜਾ ਰਿਹਾ ਸੀ, ਭਗਤ ਸਿੰਘ ਹੋਰੀ ਉਹਨਾਂ ਦੇ ਨਾਲ ਸੀਗੇ, ਤਾਂ ਉੱਥੇ ਲਾਲਾ ਲਾਜਪਤ ਰਾਏ ਦੀ ਡਾਂਗ ਵੱਜਣ ਨਾਲ ਸਿਰ 'ਚ ਮੌਤ ਹੋ ਗਈ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ। ਅੰਗਰੇਜ਼ੀ ਸ਼ਾਸਨ ਕਾਲ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਬਣਾਉਣ ਦਾ ਸ਼ੇਰਾ ਕਿਸ ਨੂੰ ਜਾਂਦਾ ਹੈ? ਇਹ ਲਾਰਡ ਮੈਕਾਲੇ ਨੂੰ ਜਾਂਦਾ ਜੀ। ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਕੌਣ ਸੀ? ਡਾਕਟਰ BN ਰਾਓ ਇਹ ਸੰਵਿਧਾਨ ਸਭਾ ਦੇ ਸਲਾਹਕਾਰ ਸਨ ਜੀ। ਡਾਕਟਰ BN ਰਾਓ। ਪ੍ਰਸ਼ਨ ਨੰਬਰ 41, ਸਭ ਤੋਂ ਪਹਿਲਾਂ ਸੰਵਿਧਾਨ ਦੀ ਮੰਗ ਕਿਸ ਦੁਆਰਾ ਕੀਤੀ ਗਈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਇਹ, ਬਹੁਤ ਵਾਰ ਪੁੱਛਿਆ ਗਿਆ। ਬਾਲ ਗੰਗਾਧਰ ਤਿਲਕ ਦੁਆਰਾ ਇਹ ਸੰਵਿਧਾਨ ਦੀ ਪਹਿਲਾਂ ਮੰਗ ਕੀਤੀ ਗਈ ਸੀ ਜੀ। ਰਸਮੀ ਤੌਰ 'ਤੇ ਸੰਵਿਧਾਨ ਸਭਾ ਦਾ ਵਿਚਾਰ ਕਿਸ ਦੁਆਰਾ ਪੇਸ਼ ਕੀਤਾ ਗਿਆ? ਇਹ ਕੀਤਾ ਗਿਆ ਸੀ ਜੀ MN ਰਾਏ ਦੁਆਰਾ ਰਸਮੀ ਤੌਰ ਦੇ ਉੱਤੇ। ਪ੍ਰਸ਼ਨ ਨੰਬਰ 43 ਦੋਸਤੋ, ਭਾਰਤ ਵਿੱਚ ਸੰਵਿਧਾਨ ਸਭਾ ਦਾ ਗਠਨ ਕਦੋਂ ਕੀਤਾ ਗਿਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈਗਾ। ਜੁਲਾਈ 1946 ਦੇ ਵਿੱਚ ਭਾਰਤ ਵਿੱਚ ਸੰਵਿਧਾਨ ਸਭਾ ਦਾ ਗਠਨ ਕਰ ਲਿਆ ਗਿਆ ਸੀ ਜੀ। ਪ੍ਰਸ਼ਨ ਨੰਬਰ 44, ਸੰਵਿਧਾਨ ਸਭਾ ਦਾ ਅਸਥਾਈ ਪ੍ਰਧਾਨ ਕਿਸ ਨੂੰ ਚੁਣਿਆ ਗਿਆ? ਸੋ ਦੋਸਤੋ, ਸੰਵਿਧਾਨ ਸਭਾ ਦਾ ਜਿਹੜਾ ਅਸਥਾਈ ਪ੍ਰਧਾਨ ਸੀ ਉਹ ਸਚਨਾਨੰਦ ਸਿਨਹਾ ਨੂੰ ਚੁਣਿਆ ਗਿਆ ਸੀ, ਜੋ ਕਿ 9 ਦਸੰਬਰ 1946 ਦੇ ਵਿੱਚ ਚੁਣਿਆ ਗਿਆ ਸੀ ਜੀ ਇਹ। ਅਗਲਾ ਪ੍ਰਸ਼ਨ ਦੇਖਦੇ ਹਾਂ। ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਕਿਸ ਨੂੰ ਚੁਣਿਆ ਗਿਆ? ਸਥਾਈ ਪ੍ਰਧਾਨ ਸੀ ਜਿਹੜਾ ਉਹ ਰਜਿੰਦਰ ਪ੍ਰਸਾਦ ਜੀ ਨੂੰ ਚੁਣਿਆ ਗਿਆ, ਜੋ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ ਜੀ। ਇਹ ਚੁਣੇ ਗਏ ਸਨ 11 ਦਸੰਬਰ 1946 ਨੂੰ। ਦੋ ਮੀਟਿੰਗਾਂ ਅਹਿਮ ਰਹੀਆਂ ਨੇ ਜੀ। 9 ਦਸੰਬਰ 1946 ਜਦੋਂ ਅਸਥਾਈ ਪ੍ਰਧਾਨ ਬਣਾਇਆ ਗਿਆ ਡਾਕਟਰ ਸਚਨਾਨੰਦ ਨੂੰ। ਦੂਸਰੀ ਮੀਟਿੰਗ ਹੋਈ ਜਿਹੜੀ 11 ਦਸੰਬਰ 1946 ਨੂੰ, ਉਦੋਂ ਸਥਾਈ ਪ੍ਰਧਾਨ ਬਣਾ ਦਿੱਤਾ ਗਿਆ ਡਾਕਟਰ ਰਜਿੰਦਰ ਪ੍ਰਸਾਦ ਨੂੰ। ਪ੍ਰਸ਼ਨ ਨੰਬਰ 46, ਸੰਵਿਧਾਨ ਸਭਾ ਦਾ ਉਪ ਪ੍ਰਧਾਨ ਕੌਣ ਸੀ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। HC ਮੁਖਰਜੀ ਇਹ ਉਪ ਪ੍ਰਧਾਨ ਸੀਗੇ ਜੀ ਸੰਵਿਧਾਨ ਸਭਾ ਦੇ। ਪ੍ਰਸ਼ਨ ਨੰਬਰ 47, ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਕੌਣ ਸੀ? BN ਰਾਓ ਇਹ ਸੰਵਿਧਾਨ ਸਭਾ ਦੇ ਸਲਾਹਕਾਰ ਸਨ। ਉਦੇਸ਼ ਪ੍ਰਸਤਾਵ ਕਦੋਂ ਪੇਸ਼ ਕੀਤਾ ਗਿਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਉਦੇਸ਼ ਪ੍ਰਸਤਾਵ 13 ਦਸੰਬਰ 1946 ਨੂੰ ਪਾਸ ਕੀਤਾ ਜੀ। ਪ੍ਰਸ਼ਨ ਨੰਬਰ 49, ਖਰੜਾ ਕਮੇਟੀ ਦਾ ਪ੍ਰਧਾਨ ਕਿਸ ਨੂੰ ਚੁਣਿਆ ਗਿਆ? ਸੰਵਿਧਾਨ ਸਭਾ ਦੇ ਵਿੱਚ ਸੰਵਿਧਾਨ ਬਣਾਉਣ ਵਾਲੀ ਜਿਹੜੀ ਖਰੜਾ ਕਮੇਟੀ ਸੀ ਜੀ, ਉਹਦਾ ਚੇਅਰਮੈਨ ਸੀ ਜਾਂ ਉਹਦਾ ਪ੍ਰਧਾਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਚੁਣਿਆ ਗਿਆ। ਇਹਦੇ ਕੁੱਲ 7 ਮੈਂਬਰ ਸਨ। ਪ੍ਰਸ਼ਨ ਨੰਬਰ 50, ਸੰਵਿਧਾਨ ਨਿਰਮਾਣ ਵਿੱਚ ਕੁੱਲ ਕਿੰਨਾ ਸਮਾਂ ਲੱਗਿਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। 2 ਸਾਲ 11 ਮਹੀਨੇ 18 ਦਿਨ ਲੱਗੇ ਸੀ ਜੀ ਸੰਵਿਧਾਨ ਬਣਾਉਣ ਨੂੰ। ਸੋ ਦੋਸਤੋ, ਇਹ ਸਨ ਵੈਰੀ ਇੰਪੋਰਟੈਂਟ 1 ਲਾਈਨਰ MCQs, ਜਿਨ੍ਹਾਂ ਦੀ ਗਿਣਤੀ 50 ਸੀ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਜੇ ਪ੍ਰਸ਼ਨ ਤੁਹਾਡੇ ਵਿੱਚੋਂ ਨਹੀਂ ਆਉਂਦੇ ਉਹਨੂੰ ਦੁਬਾਰਾ ਦੇਖਣ ਦੀ ਕੋਸ਼ਿਸ਼ ਕਰਿਓ, ਤਾਂ ਜੋ GK ਦੇ ਵਿੱਚੋਂ ਤੁਸੀਂ ਕਿਸੇ ਵੀ ਪੇਪਰ ਦੇ ਵਿੱਚੋਂ ਮਾਰ ਨਾ ਖਾਓ। GK ਦੇ ਨਾਲ ਸੰਬੰਧਿਤ ਵੈਰੀ ਇੰਪੋਰਟੈਂਟ ਪ੍ਰਸ਼ਨ ਆਪਾਂ ਅੱਗੇ ਅਗਲੇ ਸੈੱਟ ਦੇ ਵਿੱਚ ਵੀ ਤੁਹਾਡੇ ਲਈ ਲੈ ਕੇ ਆਵਾਂਗੇ। ਪਿਛਲੀਆਂ ਵੀਡੀਓ ਨੂੰ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਜ਼ਰੂਰ ਦੇਖਿਓ। ਸੋ ਦੋਸਤੋ, ਮਿਲਦੇ ਹਾਂ ਅਗਲੀ ਵੀਡੀਓ ਲੈ ਕੇ। ਤਦ ਤੱਕ ਲਈ ਧੰਨਵਾਦ।